विदेशों च डॉलर कमाउणा हर पंजाबी दी ख्वाहिश है। वो कोई भी जायज़ नजायज़ तरीके नाल विदेश जाण लई तैयार है, पर बरनाला दा नौजवान सुखविंदर सिंह उन्हां नौजवानां लई मिसाल है जो ये कहंदे हन कि पंजाब विच कुछ भी नहीं, विदेशों च चंगा भविख है। सुखविंदर सिंह विदेश तो आके पंजाब च खेती कर रहा है। कैलीफोर्निया तो अपने जद्दी पिंड हरिगढ़ आया सुखविंदर सिंह अपनी 10 एकड़ जमीन चो 2 एकड़ जमीन ते जैविक खेती कर हज़ारां कमा रहा है। उसदियां उगाईयां सब्जियां दी शहर विच पूरी डिमांड है। इस मौके सफल किसान सुखविंदर सिंह दा कहना है कि उसदे कोल अपने पिंड हरिगढ़ विच करीब 10 एकड़ जमीन है ਅਤੇ जैविक खेती ਦਾ ਆਈਡੀਆ ਉਹਨਾਂ ਨੂੰ ਲਾਕਡਾਊਨ ਦੇ ਦੌਰਾਨ ਆਇਆ। ਉਹਨਾਂ ਨੇ ਦੱਸਿਆ ਕਿ ਲਾਕਡਾਊਨ ਤੋਂ ਪਹਿਲਾਂ ਉਹ ਅਮਰੀਕਾ ਰਹਿੰਦੇ ਸਨ ਅਤੇ ਬਾਅਦ ਵਿੱਚ ਚੰਡੀਗੜ੍ਹ ਰਹਿਣ ਲੱਗੇ। ਚੰਡੀਗੜ੍ਹ 'ਚ ਰੈਸਟੋਰੈਂਟ ਖੋਲ੍ਹਣ ਦੇ ਲਈ ਜਗ੍ਹਾ ਦੀ ਭਾਲ ਕਰ ਰਹੇ ਸਨ, ਪਰ ਉਸ ਸਮੇਂ ਲਾਕਡਾਊਨ ਦਾ ਐਲਾਨ ਹੋ ਗਿਆ, जिस कारण उन्होंने वापस अपने पिंड आना पिया। उन्होंने दस्सिया कि पिंड आउंदियां ही वो खेती करन लगे और सब तो पहला मक्की की फसल बीजी। मक्की की फसल च ही धनिया भी लगाया। उन्होंने दस्सिया कि खेती च उगाया गया धनिया जदों वो बरनाला की सब्जी मंडी च बेचण गए तो उत्थे उन्होंने घट रेट मिल रहा सी। उत्थे उन्होंने दस्सिया कि पूरे पंजाब विच इस मौसम विच धनिया किते भी नहीं मिलता अते ना ही किसी ने इस मौसम च धनिया बीजिया है। उन्होंने दस्सिया कि उस तो बाद उन्होंने धनिया अते होर सब्जियां खुद शहर विच जाके बेचण दा फैसला लिया, जिस तो बाद पहले दिन 1 किलोग्राम के करीब धनिया शहर दी मंडियां च बेचण दे लई लैके गए। पहले दिन ही उन्होंने 700 रुपए कमाए, जिस तो बाद वो सारियां सब्जियां खुद शहर जाके बेचण लगे अते इस तो हुण मोटी कमाई कर रहे ने। अपने कोले 8 ਤੋਂ 10 किले जमीन आई पिंड हरिगढ़ दे विच। ये जो मैनू खेती करन दा ख्याल आए, मान लो तुसीं कि एक लॉकडाउन दी देन कह सकदे हो। जदों लॉकडाउन होया जी उस तो पहला मैं चंडीगढ़ रहिंदा सीगा ਤੇ ਚੰਡੀਗੜ੍ਹ ਤੋਂ ਪਹਿਲਾਂ ਮੈਂ ਅਮਰੀਕਾ ਗਿਆ ਹੋਇਆ ਸੀਗਾ ਜੀ। 6 ਮਹੀਨਿਆਂ ਬਾਅਦ ਮੈਂ ਉੱਥੋਂ ਆਇਆ ਸੀਗਾ, ਆ ਕੇ ਮੈਂ ਚੰਡੀਗੜ੍ਹ ਵਗ ਗਿਆ ਜੀ ਵੀ ਉੱਥੇ ਕੋਈ ਪੀਜ਼ਾ 버ਗਰ ਵਗੈਰਾ ਦਾ ਰੈਸਟੋਰੈਂਟ ਕਰਾਂਗੇ। ਤੋ ਤੁਹਾਨੂੰ ਪਤਾ ਜਦੋਂ ਅਸੀਂ ਜਗ੍ਹਾ ਦੇਖਦੇ ਫਿਰਦੇ ਸੀ ਰੈਸਟੋਰੈਂਟ ਕਰਨ ਵਾਸਤੇ, ਉਹਦੇ ਦੌਰਾਨ ਹੀ ਲਾਕਡਾਊਨ ਹੋ ਗਿਆ, ਤੁਹਾਨੂੰ ਪਤਾ 20 ਮਾਰਚ ਨੂੰ। ਸੋ ਉਸ ਕਰਕੇ ਜੀ ਸਾਨੂੰ ਪਿੰਡ ਮੁੜਨਾ ਪੈ ਗਿਆ ਉੱਥੋਂ। ਜੋ ਪਿੰਡ ਮੁੜ ਕੇ ਆਏ ਇੱਥੇ ਫਿਰ ਸੋਚਿਆ ਜੀ ਵੀ ਘਰੇ ਤੁਹਾਨੂੰ ਪਤਾ ਲਾਕਡਾਊਨ ਦੇ ਵਿੱਚ ਘੁੱਟਣ ਮਹਿਸੂਸ ਹੁੰਦੀ ਸੀ, ਤਾਂ ਕਰਕੇ ਅਸੀਂ ਖੇਤੀ ਗਣੀ ਆਏ। ਖੇਤੀ ਗਣੀ ਆਏ ਜੀ, ਇੱਥੇ ਮੱਕੀ ਲਾਈ, ਮੱਕੀ ਦੇ ਵਿੱਚ ਧਨੀਆ ਲਾਇਆ। ਉਸ ਤੋਂ ਬਾਅਦ ਜਦੋਂ ਜੀ ਧਨੀਏ ਦੀ ਗੱਲ ਆਈ ਇਹਦੀ ਮਾਰਕੀਟਿੰਗ ਕਰਨ ਦੀ, ਮੈਂ ਮੰਡੀ ਦੇ ਵਿੱਚ ਜਾ ਕੇ ਪਤਾ ਕਰਿਆ ਵੀ ਧਨੀਏ ਦਾ ਕੀ ਰੇਟ ਆ, ਤਾਂ ਉਹਨਾਂ ਨੇ ਕਿਹਾ ਕਹਿੰਦੇ ਵੀ 100 ਰੁਪਏ ਨੂੰ ਵੀ ਛਿੱਟ ਜਾ ਕਰੋ ਵੀ ਜਿੰਨਾ ਕੁ ਹੈਗਾ। ਮੈਂ 4 ਵਿਗੇ ਲਾਇਆ ਪਿਆ ਅਤੇ ਮੈਂ ਸੋਚਿਆ ਕਮਾਲ ਦੀ ਗੱਲ ਆਈ, ਆਪਾਂ ਇੰਨੀ ਮਿਹਨਤ ਕਰਕੇ ਧਨੀਆ ਪੈਦਾ ਕਰਿਆ। ਜਦੋਂ ਕਿ ਆਪਾਂ ਸਾਰਿਆਂ ਨੂੰ ਪਤਾ ਜੀ ਧਨੀਆ ਗਰਮੀ ਰੁੱਤ ਦੀ ਫਸਲ ਨਹੀਂ ਹੈਗਾ। ਧਨੀਆ ਜਾਂ ਤਾਂ ਪੌਲੀ ਹਾਊਸ ਦੇ ਵਿੱਚ ਹੁੰਦਾ ਗਾ ਧਨੀਆ, ਜਾਂ ਫਿਰ ਸਾਉਂ ਦੇ ਵਿੱਚ ਹੁੰਦਾ ਜੀ। ਐਡੇ ਵੱਡੇ ਪੱਧਰ ਤੇ 4 ਵਿਗਿਆਂ ਦੇ ਵਿੱਚ ਮੱਕੀ ਦੇ ਵਿੱਚ ਧਨੀਆ ਲਾ ਕੇ ਜੀ ਪੰਜਾਬ ਦੇ ਵਿੱਚ ਅੱਜ ਤੱਕ ਇਹ ਕਾਮਯਾਬ ਨਹੀਂ, ਨਾ ਹੀ ਕਿਸੇ ਨੇ ਤੋਂ ਪਹਿਲਾਂ ਸੋਚਿਆ ਜੀ। ਸੋ ਮੈਂ ਸੋਚਿਆ ਜੀ ਮੈਨੂੰ ਤਾਂ ਇਹ ਕਹਿੰਦੇ 100 ਰੁਪਏ ਕਿਲੋ ਡੇਗ ਜਾ। ਮੈਂ ਬਾਹਰ ਰੇਹੜੀਆਂ 'ਤੇ ਪਤਾ ਕਰਿਆ ਵੀ ਕੀ ਰੇਟ ਆ, ਕਹਿੰਦੇ ਕੋਈ 300 ਕਹੇ, ਕੋਈ 350 ਰੁਪਏ ਕਿਲੋ ਕਹੇ। ਸੋ ਮੈਂ ਉਸੇ ਦਿਨ ਤੋਂ ਇਹ ਮਿਸ ਲਿਆ ਜੀ। ਮੈਂ ਤੇ ਮੇਰੇ ਨਾਲ ਮੇਰੇ ਸਾਡੇ ਪਿੰਡੋਂ ਦੋਸਤ ਆ ਮੁੰਡਾ ਸਣੀ ਦਿਓਲ ਜੀ, ਅਸੀਂ ਦੋਨਾਂ ਨੇ ਜੀ ਕਿਲੋ ਸਵਾ ਕਿਲੋ ਧਨੀਆ ਚੱਕਿਆ ਅਤੇ ਉਹਨੂੰ ਬਰਨਾਲੇ ਮੰਡੀ ਦੇ ਵਿੱਚ ਰੇਹੜੀਆਂ ਵਾਲਿਆਂ ਵਾਂਗੂ ਖੜ੍ਹ ਕੇ ਵੇਚ ਕੇ ਆਏ ਜੀ। ਉਹ ਸਾਡਾ ਤੁਸੀਂ ਐਂ ਮੰਨ ਲਓ ਜੀ ਵੀ ਸਵਾ ਕਿਲੋ ਧਨੀਆ 650 ਰੁਪਏ 700 ਰੁਪਏ ਦਾ ਵਿਕ ਗਿਆ ਜੀ। ਉਹਨਾਂ ਦਾ ਕਹਿਣਾ ਹੈ ਕਿ ਸ਼ੁਰੂ ਵਿੱਚ ਸਬਜ਼ੀਆਂ ਵੇਚਣ 'ਚ ਉਹਨਾਂ ਨੂੰ ਸ਼ਰਮ ਆਈ, ਪਰ ਉਹ ਪਿੱਛੇ ਨਹੀਂ ਹਟੇ ਅਤੇ ਪਿਛਲੇ 2 ਮਹੀਨਿਆਂ 'ਚ 4 ਵੀਘੇ ਜ਼ਮੀਨ ਤੇ ਬੀਜੇ ਗਏ ਧਨੀਏ ਤੋਂ ਕਰੀਬ 85,000 ਰੁਪਏ ਕਮਾ ਚੁੱਕੇ ਨੇ। ਉਹਨਾਂ ਦਾ ਕਹਿਣਾ ਹੈ ਕਿ ਵਿਦੇਸ਼ਾਂ 'ਚ ਕੰਮ ਕਰਨ ਵਾਲੇ ਲੋਕਾਂ ਨੂੰ ਪੈਸੇ ਤਾਂ ਬਹੁਤ ਬਣਦਾ ਹੈ, ਪਰ ਉਹਨਾਂ ਦੀ ਆਪਣੀ ਜ਼ਿੰਦਗੀ ਨਰਕ ਤੋਂ ਬਦਤਰ ਹੁੰਦੀ ਹੈ, ਕਿਉਂਕਿ ਉੱਥੇ ਆਪਣੇ ਪਰਿਵਾਰ ਤੋਂ ਦੂਰ ਰਹਿਣਾ ਪੈਂਦਾ ਹੈ। ਡੇਲੀ ਮੰਨ ਕੇ ਚਲੋ ਜੀ ਮੇਰੀ 1000 1200 1300 ਕਿਤੇ 1500 ਰੁਪਏ ਤੱਕ ਵੀ ਕਹਾਣੀ ਵਗ ਜਾਂਦੀ ਵੀ 1000 ਤੋਂ ਡੇਗਾ ਨਹੀਂ ਹੈਗਾ ਕੰਮ ਜੀ। ਧਨੀਆ ਇਦੋਂ ਪਹਿਲਾਂ ਮੈਂ ਇੱਕ ਦਿਨ ਹਿਸਾਬ ਲਾਇਆ ਸੀਗਾ ਜੀ, ਆਪਾਂ 85,000 ਰੁਪਏ ਦਾ ਧਨੀਆ ਵੇਚਤਾ ਜੀ 4 ਵਿਗੇ ਥਾਂ ਦੇ ਵਿੱਚੋਂ, ਉਹ ਵੀ ਮੈਂ ਆਪ ਰਿਟੇਲ ਕਰਕੇ ਜੀ। ਦੇਖੋ ਜੀ ਉੱਧਰ ਹੋਰ ਹਿਸਾਬ ਤੇ ਮਾਹੌਲ ਹੁੰਦਾ ਨਾ, ਜੇ ਆਪਾਂ ਦੇਖੀਏ ਉੱਧਰ ਆਪਾਂ ਨੂੰ ਕਿਸੇ ਦੀ ਗੁਲਾਮੀ ਕਰਨੀ ਪੈਣੀ ਹੈਗੀ, ਆਪਾਂ ਕੰਮ ਤੇ ਜਾਣਾ ਹੀ ਜਾਣਾ ਹੈਗਾ। ਉਦੋਂ ਤਾਂ ਮੇਰਾ ਜੀ ਕਰਿਆ ਮੈਂ ਸਵੇਰੇ ਉੱਠ ਕੇ ਖੇਤ ਆ ਜਾ, ਜਾਂ ਉਦੋਂ ਬਾਅਦ ਜੇ ਸ਼ਾਮ ਨੂੰ ਮੇਰਾ ਜੀ ਕਰਿਆ ਮੈਂ ਧਨੀਆ ਲੈ ਜਾਂ ਨਾਲ ਲੈ ਕੇ ਜਾਵਾਂ। ਹੁਣ ਵੀ ਦੇਖੋ ਜੀ ਤੁਸੀਂ, ਮੈਂ ਹਫ਼ਤੇ ਦੇ ਵਿੱਚ 5 ਦਿਨ ਮਾਰਕੀਟ ਦੇ ਵਿੱਚ ਧਨੀਆ ਲੈ ਕੇ ਜਾਂਦਾ, 2 ਦਿਨ ਮੈਂ ਆਪਦੇ ਘਰੇ ਰਹਿਣਾ, ਆਪਦੀ ਫੈਮਿਲੀ ਨੂੰ ਟਾਈਮ ਦਿੰਦਾ, ਕਿਤੇ ਅਸੀਂ ਜਾ ਕੇ ਆਉਣਾ ਰਿਸ਼ਤੇਦਾਰੀ ਵਿੱਚ ਜਾਂ ਹੋਰ ਆਉਣਾ। ਪਰ ਬਾਹਰ ਠੀਕ ਹੈ ਜੀ, ਆਪਾਂ ਦੇਖ ਸਕਦੇ ਹਾਂ ਪੈਸਾ ਤਾਂ ਹੈਗਾ, ਪਰ ਉੱਥੇ ਜੋ ਮਾਨਸਿਕ ਸੰਤੁਸ਼ਟੀ ਹੈ ਆਹ ਉਰੇ ਵਾਲੇ ਆਪਣੇ, ਮੈਂ ਸਮਝਦਾ ਵੀ ਉੱਧਰ ਇਹ ਨਜ਼ਾਰੇ ਨਹੀਂ ਹੈਗੇ। ਠੀਕ ਹੈ ਵੀ ਉੱਧਰੋਂ ਬੰਦਾ ਕਮਾਈ ਜਾਂਦਾ, ਇੱਧਰ ਰੁਪਈਏ ਭੇਜੀ ਜਾਂਦਾ, ਪੈਸਾ ਹੈਗਾ, ਪਰ ਜਿਹੜੀ ਖੁਸ਼ੀ ਹੁੰਦੀ ਹੈ ਜੀ ਆਪਦੇ ਖੇਤਾਂ ਦੇ ਵਿੱਚ ਕੰਮ ਕਰਕੇ ਖੁਸ਼ੀ ਮਿਲਦੀ ਆ, ਉਹ ਖੁਸ਼ੀਆਂ ਨਹੀਂ ਉੱਧਰ ਹੈਗੀਆਂ ਜੀ। ਉੱਥੇ ਇਸ ਮਾਮਲੇ 'ਚ ਦੂਜੇ ਕਿਸਾਨ ਈਸ਼ਰ ਸਿੰਘ ਅਤੇ ਪ੍ਰਿਤਪਾਲ ਸਿੰਘ ਨੇ ਕਿਹਾ ਕਿ ਸੁਖਵਿੰਦਰ ਸਿੰਘ ਅੱਜ ਦੇ ਨੌਜਵਾਨਾਂ ਦੇ ਲਈ ਆਦਰਸ਼ ਹੈ। ਉਹਨਾਂ ਨੇ ਕਿਹਾ ਕਿ ਅੱਜ ਦੇ ਨੌਜਵਾਨ ਜੋ ਕਿ ਖੇਤੀ ਕਰਨਾ ਆਪਣੀ ਬੇਇੱਜ਼ਤੀ ਸਮਝਦੇ ਹਨ, ਉਹਨਾਂ ਨੌਜਵਾਨਾਂ ਨੂੰ ਸੁਖਵਿੰਦਰ ਸਿੰਘ ਤੋਂ ਸਿੱਖ ਲੈਣੀ ਚਾਹੀਦੀ ਹੈ। ਤੇ ਇੱਥੇ ਮੈਂ ਨੌਜਵਾਨ ਵੀਰਾਂ ਨੂੰ ਇੱਕ ਗੱਲ ਕਹਿਣੀ ਚਾਹੂੰਗਾ ਵੀ ਆਪਾਂ ਪੜ੍ਹੇ ਲਿਖੇ ਹੋ ਕੇ ਵੀ ਖੇਤੀ ਵੱਲ ਆਈਏ ਥੋੜ੍ਹਾ ਜਿਹਾ। ਜ਼ਰੂਰੀ ਨਹੀਂ ਵੀ ਆਪਾਂ ਨੌਕਰੀਆਂ ਕਰਨੀਆਂ ਨੇ, ਕਿਸੇ ਦੀ ਗੁਲਾਮੀ ਕਰਨੀ ਹੈਗੀ। ਵੀ ਜਿੱਦਾਂ ਸੁੱਖੀ ਅੱਜ ਧਨੀਆ ਵੇਚ ਕੇ ਖੁਦ
ਆਪ ਵਧੀਆ ਪੈਸੇ ਕਮਾ ਰਿਹਾ ਹੈਗਾ, ਅੱਜ ਸੱਲੀਆਂ ਵੀ ਵੇਚ ਰਿਹਾ ਹੈਗਾ, ਪਰ ਆਪਾਂ ਸੰਗ ਜਾਂਦੇ ਆਂਗੇ ਵੀ ਜੱਟਾਂ ਦੇ ਮੁੰਡੇ ਹੋ ਕੇ ਵੀ ਆਪਾਂ ਕਿਉਂ ਵੇਚੀਏ। ਸਰ ਇਹ ਤਾਂ ਪ੍ਰਾਊਡ ਵਾਲੀ ਗੱਲ ਹੈ ਜੀ। ਇੱਕ ਲੋਕਾਂ ਨੂੰ ਨਵੀਂ ਸੋਚ ਤੋਂ ਗਾਹਾਂ ਵਧੂ ਇਹ ਇੱਕ ਤਕਨੀਕ ਹੈ ਜੇ ਲੋਕ ਅਪਣਾਉਣਗੇ। ਤੇ ਸਭ ਤੋਂ ਵੱਡੀ ਮਾਣ ਵਾਲੀ ਗੱਲ ਤਾਂ ਇਹ ਹੈ ਕਿ ਇਹ ਬੰਦੇ ਨੇ ਖੁਦ ਐਗਰੀਕਲਚਰ ਦੇ ਵਿੱਚ ਪੜ੍ਹਾਈ ਲਿਖਾਈ ਕਰਕੇ, ਤੇ ਬੰਦਾ ਚੰਡੀਗੜ੍ਹ ਵੀ ਰਿਹਾ, ਉਸ ਤੋਂ ਬਾਵਜੂਦ ਫਿਰ ਵੀ ਮਿਹਨਤ ਕਰਕੇ ਖੁਦ ਆਪਣੀ ਫਸਲ ਨੂੰ ਆਪਣੇ ਹੱਥੀਂ ਵੇਚ ਰਿਹਾ ਹੈ, ਚੰਗਾ ਮੁਨਾਫਾ ਕਮਾ ਰਿਹਾ ਜੀ। ਜੇ ਹਰ ਇੱਕ ਬੰਦਾ ਆਪਣੀ ਇਹ ਸੋਚ ਕਾਇਮ ਰੱਖੂਗਾ, ਇੱਕ ਨਵੀਂ ਦਿੱਖ ਹੈ ਇਹ ਸੋਚ ਤੇ ਕਾਮਯਾਬ ਬੰਦਾ ਹੋ ਸਕਦਾ ਜੀ, ਸਕਸੈਸ ਹੋ ਸਕਦਾ ਹਰ ਜ਼ਿਮੀਂਦਾਰ। ਆਪਣੀ ਖੁਦ ਦੀ ਫਸਲ ਆਪਾਂ ਕਿਹੜਾ ਕਿਸੇ ਤੋਂ ਚੋਰੀ ਚਾਫਟਾ ਕਰਕੇ ਜਾਂ ਵੇਚ ਰਹੇ ਹਾਂ, ਆਪਣੇ ਰੇਟ 'ਚ ਵੇਚ ਰਹੇ ਹਾਂ ਤੇ ਲੈਣ ਵਾਲੇ ਵੀ ਖੁਸ਼ ਆ। ਤੇ ਸਭ ਤੋਂ ਵਧੀਆ ਗੱਲ ਇਹ ਹੈ ਜੀ, ਉੱਥੇ ਇਸ ਮਾਮਲੇ 'ਚ ਬਰਨਾਲਾ ਦੇ ਜ਼ਿਲ੍ਹਾ ਖੇਤੀਬਾੜੀ ਅਧਿਕਾਰੀ ਡਾਕਟਰ ਬਲਦੇਵ ਸਿੰਘ ਨੇ ਕਿਹਾ ਕਿ ਸੁਖਵਿੰਦਰ ਸਿੰਘ ਕੈਲੀਫੋਰਨੀਆ ਤੋਂ ਵਾਪਸ ਆਇਆ ਸੀ ਅਤੇ ਸੁਖਵਿੰਦਰ ਸਿੰਘ ਉਹਨਾਂ ਦੇ ਦਫ਼ਤਰ ਆਇਆ ਅਤੇ ਉન્નਤ ਖੇਤੀ ਕਰਨ ਦੇ ਲਈ ਉਹਨਾਂ ਤੋਂ ਸੁਝਾਅ ਮੰਗੇ। ਉਹਨਾਂ ਨੇ ਦੱਸਿਆ ਕਿ ਸੁਖਵਿੰਦਰ ਸਿੰਘ ਨੇ ਮਈ ਮਹੀਨੇ 'ਚ ਮੱਕੀ ਦੀ ਫਸਲ ਅਤੇ ਧਨੀਏ ਦੀ ਫਸਲ ਬੀਜੀ ਸੀ, ਜਿਸ ਤੋਂ ਬਾਅਦ ਸੁਖਵਿੰਦਰ ਨੇ ਖੁਦ ਉਗਾਈ ਹੋਈ ਫਸਲ ਦੀ ਮਾਰਕੀਟਿੰਗ ਕੀਤੀ, ਜਿਸ ਨਾਲ ਸੁਖਵਿੰਦਰ ਨੂੰ ਚੰਗਾ ਮੁਨਾਫਾ ਹੋਇਆ। ਇਹ ਨੌਜਵਾਨ ਕੈਲੀਫੋਰਨੀਆ ਤੋਂ ਆਇਆ ਸੀ, ਸੋ ਮੇਰੇ ਕੋਲੇ ਦਫ਼ਤਰ ਆਇਆ ਵੀ ਡਾਕਟਰ ਸਾਹਿਬ ਮੈਂ ਖੇਤੀ ਕਰਨੀ ਚਾਹੁੰਦਾ, ਸੋ ਮੈਨੂੰ ਕੋਈ ਨਾ ਕੋਈ ਤਕਨੀਕ ਜਿਹੜੀ ਆ ਦੱਸੀ ਜਾਵੇ। ਸੋ ਇਸ ਨੂੰ ਫਿਰ ਇਹਨੇ ਮਈ ਦੇ ਪਹਿਲੇ ਹਫ਼ਤੇ ਜਿਹੜੀ ਮੱਕੀ ਵੱਟਾਂ ਦੇ ਉੱਪਰ ਬੀਜੀ ਸੀ, ਵੱਟਾਂ ਦੇ ਨਾਲ ਜਿਹੜਾ ਇਹਨੂੰ ਧਨੀਆ ਇਹਨੂੰ ਲਵਾਇਆ ਸੀਗਾ। ਉਹਦੇ ਨਾਲ ਤਕਰੀਬਨ ਜਦੋਂ 40 ਕੁ ਦਿਨਾਂ ਦਾ ਧਨੀਆ ਹੋ ਗਿਆ, ਸੋ ਬਹੁਤ ਵਧੀਆ ਇਹ ਆਪ ਮਾਰਕੀਟਿੰਗ ਖੁਦ ਕਰਨ ਲੱਗ ਗਿਆ। ਸੋ ਪਹਿਲਾਂ ਬਹੁਤ ਸਾਰੇ ਇਹਦੇ ਕੋਲ ਆਏ ਵੀ ਸੀ, ਕਿਉਂਕਿ ਇਸ ਸੀਜ਼ਨ ਦੇ ਵਿੱਚ ਧਨੀਏ ਦੀ ਬਹੁਤ ਵੈਲਿਊ ਹੁੰਦੀ ਆ, ਕਿਉਂਕਿ ਕਿਤੇ ਮਿਲਦਾ ਨਹੀਂ ਗਾ। ਸੋ ਆਫ ਸੀਜ਼ਨ ਦੇ ਵਿੱਚ ਜਿਹੜੀਆਂ ਅਸੀਂ ਸਬਜ਼ੀਆਂ ਪੈਦਾ ਕਰਦੇ ਹਾਂ ਉਹਨਾਂ ਦਾ ਮਾਰਕੀਟ ਦੇ ਵਿੱਚ ਮੁੱਲ ਬਹੁਤ ਮਿਲ ਜਾਂਦਾ। ਅੱਜ ਕੱਲ੍ਹ ਪੰਜਾਬ ਦੇ ਹਰ ਇੱਕ ਨੌਜਵਾਨ, ਚਾਹੇ ਉਹ ਲੜਕਾ ਹੋਵੇ ਜਾਂ ਲੜਕੀ, ਸਾਰਿਆਂ ਦਾ ਇੱਕੋ ਹੀ ਸੁਪਨਾ ਹੈ ਕਿ ਉਹ ਵਿਦੇਸ਼ਾਂ ਜਾ ਕੇ ਕੰਮ ਕਰਕੇ ਮੋਟਾ ਪੈਸਾ ਕਮਾਉਣ, ਅਤੇ ਨੌਜਵਾਨ ਆਪਣੇ ਦੇਸ਼ ਵਿੱਚ ਆਪਣੇ ਪੁਸ਼ਤੈਨੀ ਕੰਮ ਛੱਡ ਕੇ ਵਿਦੇਸ਼ ਜਾ ਰਹੇ ਨੇ। ਪਰ ਸੁਖਵਿੰਦਰ ਸਿੰਘ ਨੇ ਉਹਨਾਂ ਦੇ ਸਾਹਮਣੇ ਇੱਕ ਮਿਸਾਲ ਪੇਸ਼ ਕੀਤੀ ਹੈ ਕਿ ਜੇਕਰ ਉਹ ਇੱਥੇ ਰਹਿ ਕੇ ਵੀ ਮਨ ਲਗਾ ਕੇ ਖੇਤੀ ਕਰਨ ਤਾਂ ਇੱਥੇ ਵੀ ਕੁਝ ਘੱਟ ਨਹੀਂ। ਸੁਖਚਰਨਪ੍ਰੀਤ, ਸਿੱਖ ਨਿਊਜ਼ ਐਕਸਪ੍ਰੈਸ, ਬਰਨਾਲਾ। ਜੇਕਰ ਤੁਹਾਨੂੰ ਸਾਡਾ ਇਹ ਉਪਰਾਲਾ ਚੰਗਾ ਲੱਗਾ ਹੈ ਤਾਂ ਇਸ ਨੂੰ ਲਾਈਕ ਕਰੋ, ਸ਼ੇਅਰ ਕਰੋ ਅਤੇ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ।